ਗੁਰਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ। ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤਾਂ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਅਤੇ ਅੱਜ ਕੱਲ੍ਹ ਤੋਂ ਅੱਗੇ ਵਚਨ ਨੰਬਰ 1317। ਅੱਜ ਪ੍ਰੇਮੀ ਵੇਦ ਪ੍ਰਕਾਸ਼ ਜੀ ਕੋਈ ਗੱਲ ਕਰ ਰਹੇ ਸੀ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਇੱਧਰ ਆ ਕੇ ਸੁਣਾ। ਤਾਂ ਵੇਦ ਪ੍ਰਕਾਸ਼ ਜੀ ਸਟੇਜ ਦੇ ਨਜ਼ਦੀਕ ਆ ਕੇ ਖੜ੍ਹੇ ਹੋ ਗਏ ਤਾਂ ਉਹ ਦੱਸਣ ਲੱਗੇ ਕਿ ਨਾਮ ਲੈਣ ਤੋਂ ਪਹਿਲਾਂ ਸਾਡੇ ਘਰ ਵਿੱਚ ਬਹੁਤ ਹੀ ਗਰੀਬੀ ਸੀ ਅਤੇ ਅਸੀਂ ਕਿਤੋਂ ਪੁੱਛ ਕਢਵਾਈ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਸ਼ਿਵ ਜੀ ਦੀ ਉਪਾਸਨਾ ਕਰਿਆ ਕਰੋ। ਤਾਂ ਅਸੀਂ ਰੋਜ਼ ਸਵੇਰੇ 4-5 ਵਜੇ ਉੱਠਣਾ, ਚੰਗੀ ਤਰ੍ਹਾਂ ਨਹਾ ਧੋ ਕੇ ਅਤੇ ਸਾਫ਼ ਕੱਪੜੇ ਪਾ ਕੇ ਮੰਦਰ ਜਾਣਾ ਅਤੇ ਉੱਥੇ ਜਾ ਕੇ ਖੂਬ ਸੇਵਾ ਕਰਨੀ। ਅਸੀਂ ਰੋਜ਼ ਜਾਣਾ ਅਤੇ ਉੱਥੇ ਜਿਹੜਾ ਪੁਜਾਰੀ ਸੀ ਉਸਨੇ ਦੇਖਿਆ ਕਿ ਇਹ ਤਾਂ ਵੱਡੇ ਕੋਈ ਸੇਠ ਲੱਗਦੇ ਨੇ ਜਿਹੜੇ ਹਰ ਰੋਜ਼ ਆਉਂਦੇ ਨੇ। ਅਤੇ ਸਾਨੂੰ ਉਸ ਮੰਦਰ ਵਿੱਚ ਜਾ ਕੇ ਪੂਜਾ ਕਰਦਿਆਂ ਨੂੰ ਤਕਰੀਬਨ 15 ਦਿਨ ਹੋ ਗਏ ਸੀ। ਤਾਂ ਪੁਜਾਰੀ ਇੱਕ ਦਿਨ ਸਾਨੂੰ ਕਹਿਣ ਲੱਗਿਆ, ਜੀ ਸਾਡੀ ਇੱਕ ਬੇਨਤੀ ਹੈ। ਅਤੇ ਅਸੀਂ ਪੁੱਛਿਆ ਕੀ? ਤਾਂ ਉਹ ਪੁਜਾਰੀ ਕਹਿੰਦਾ ਕਿ ਜੇ ਇੱਥੇ ਇੱਕ ਪੁਜਾਰੀ ਹੈ ਉਸ ਲਈ ਇੱਕ ਕਮੀਜ਼ ਪਜਾਮਾ ਚਾਹੀਦਾ ਹੈ। ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਇੱਥੇ ਕਿੰਨੀ ਦੇਰ ਹੋ ਗਈ ਹੈ ਪੂਜਾ ਕਰਦਿਆਂ? ਤਾਂ ਪੁਜਾਰੀ ਕਹਿੰਦਾ, ਜੀ ਮੈਨੂੰ ਤਾਂ 20 ਸਾਲ ਹੋ ਗਏ ਨੇ। ਤਾਂ ਮੈਂ ਪੁੱਛਿਆ ਕਿ ਤੁਸੀਂ ਪੂਜਾ ਕਾਹਦੇ ਲਈ ਕਰਦੇ ਹੋ? ਉਹ ਕਹਿੰਦਾ, ਜੀ ਆਸ਼ੀਰਵਾਦ ਲੈਣ ਲਈ। ਤਾਂ ਅਸੀਂ ਪੁੱਛਿਆ ਕਿ ਅਸੀਂ ਇੱਥੇ ਕਾਹਦੇ ਲਈ ਆਉਂਦੇ ਹਾਂ? ਕਿ ਆਸ਼ੀਰਵਾਦ ਲੈਣ ਲਈ। ਤਾਂ ਪੁਜਾਰੀ ਨੇ ਕਿਹਾ ਕਿ ਜਦੋਂ ਤੁਹਾਨੂੰ 20 ਸਾਲਾਂ ਦੇ ਅੰਦਰ ਕੁਝ ਵੀ ਨਹੀਂ ਮਿਲਿਆ ਅਤੇ ਸਾਨੂੰ 1.25 ਮਹੀਨੇ 'ਚ ਕੀ ਮਿਲੇਗਾ? ਫਿਰ ਮੈਂ ਘਰਵਾਲੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਕੋਈ ਪੂਜਾ ਨਹੀਂ ਕਰਨੀ। ਤਾਂ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਸਿਮਰਨ ਕਰੋ, ਮੇਨ ਚੀਜ਼ ਸਿਮਰਨ ਹੈ। ਡੇਰੇ ਮਜਲਿਸ 'ਚ ਬੈਠਣ ਦਾ ਨਮੂਨਾ ਹੈ। ਭਜਨ ਸਿਮਰਨ ਕਰਨ ਵਾਲੇ ਦੇ ਕੋਲ ਸਾਰੀਆਂ ਬਰਕਤਾਂ ਖੁਦ ਆਪਣੇ ਆਪ ਹੀ ਆ ਜਾਂਦੀਆਂ ਨੇ। ਵਚਨ ਨੰਬਰ 1318। ਅੱਜ ਰਾਤ ਦੀ ਮਜਲਿਸ ਵਿੱਚ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਸਾਰੇ ਡੇਰੇ ਵਾਲਿਆਂ ਨੂੰ ਬੁਲਾਓ। ਸੋਹਣ ਡਾਕਟਰ ਦੇ ਬਾਪ ਦੀ ਚਿੱਠੀ ਆਈ ਹੈ, ਤੁਹਾਨੂੰ ਸੁਣਾਉਂਦੇ ਹਾਂ। ਤਾਂ ਆਪ ਜੀ ਨੇ 3 ਵਾਰ ਪੁੱਛਿਆ ਕਿ ਰਾਮਚੰਦਰ ਕਿੱਥੇ ਹੈ? ਤਾਂ ਪੰਡਿਤ ਜੀ ਕਹਿਣ ਲੱਗੇ, ਜੀ ਉਹ ਤਾਂ ਸੋਨੇ ਕੇ लिए ਪਧਾਰੇ ਹੋਏ ਹੈ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਉਸ ਨੂੰ ਕਹਿਣਾ ਕਿ ਚਿੱਠੀ ਸੁਣ ਕੇ ਫੇਰ ਸੌਣਾ। ਤਾਂ ਫਿਰ ਫਰਮਾਇਆ ਕਿ ਐਸਾ ਲੀਡਰ ਤਾਂ ਮੁਸ਼ਕਿਲ ਨਾਲ ਮਿਲਦਾ ਹੈ। ਤਾਂ ਫਿਰ ਡਾਕਟਰ ਸੋਹਣ ਨੂੰ ਲਿਖੀ ਉਸ ਦੇ ਬਾਪ ਦੀ ਚਿੱਠੀ ਪੂਜਯ ਮਨੀਸ਼ ਸਾਹਿਬ ਜੀ ਨੇ ਖੁਦ ਪੜ੍ਹੀ, ਜਿਸ ਦੇ ਵਿੱਚ ਮੇਨ ਗੱਲ ਇਹ ਸੀ ਕਿ ਦੁਨੀਆ ਦੇ ਸਾਰੇ ਖਿਆਲ ਛੱਡ ਕੇ ਆਪਣੇ ਖਿਆਲ ਨੂੰ ਸਤਿਗੁਰ ਵਾਲੇ ਪਾਸੇ ਜੋੜ। ਤਾਂ ਅੱਗੇ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਫਕੀਰਾਂ ਦਾ ਤਾਂ ਇਹੀ ਕਹਿਣਾ ਹੈ, ਅੱਗੇ ਮੰਨਣਾ ਤੁਹਾਡੀ ਮਰਜ਼ੀ ਹੈ। ਅਗਰ ਕਹਿਣਾ ਮੰਨੋਗੇ ਤਾਂ ਠੀਕ ਹੈ, ਨਹੀਂ ਤਾਂ ਭਾਈ ਫਕੀਰ ਚੁੱਪ ਕਰ ਰਹਿੰਦੇ ਨੇ। ਅਤੇ ਫਿਰ ਅੱਗੇ ਫਰਮਾਇਆ ਕਿ ਫਕੀਰ ਹਰ ਗੱਲ 'ਤੇ ਪਰਦਾ ਪਾਉਂਦੇ ਰਹਿੰਦੇ ਨੇ। ਅਤੇ ਇਸ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਡਾਕਟਰ ਦੇ ਮਾਂ-ਬਾਪ ਵਰਗਾ ਵੀ ਕੋਈ ਹੁੰਦਾ ਹੈ ਜਿਹੜਾ ਆਪਣੇ ਬੱਚਿਆਂ ਨੂੰ ਪਰਮਾਰਥ ਚਲਾਉਂਦਾ ਹੈ। ਅਤੇ ਫਿਰ ਫਰਮਾਇਆ ਕਿ ਅਗਰ ਕੋਈ ਜ਼ਬਰਦਸਤੀ ਕਰੇ ਤਾਂ ਉਹ ਵੀ ਸੁਣ ਲਓ। ਫਿਰ ਆਪ ਜੀ ਨੇ ਬੀਕਾਨੇਰ ਤੋਂ ਆਈ ਭੰਵਰ ਜੀ ਦੀ ਚਿੱਠੀ ਸੁਣਾਈ। ਲਿਖਿਆ ਸੀ ਕਿ ਉਸ ਦਾ ਭਾਈ ਟੂਣੇ ਟਾਵਣ ਕਰਦਾ ਹੈ। ਉਸ ਦੀ ਭਤੀਜੀ ਸਖਤ ਬਿਮਾਰ ਹੋ ਗਈ। ਰਾਤ ਨੂੰ ਫਿਰ ਉਹ ਆਪਣੇ ਕਮਰੇ 'ਚ ਲੈ ਆਇਆ ਅਤੇ ਬੈਠ ਕੇ ਸਿਮਰਨ ਕਰਨ ਲੱਗਿਆ ਤਾਂ ਲੜਕੀ ਠੀਕ ਹੋ ਗਈ। ਤਾਂ ਪੂਜਯ ਮਨੀਸ਼ ਸਾਹਿਬ ਨੇ ਫਰਮਾਇਆ ਕਿ ਅਗਰ ਕੋਈ ਥੋੜ੍ਹੀ ਬਹੁਤ ਭਗਤੀ ਕਰਦਾ ਹੈ ਤਾਂ ਉਹ ਇਸ ਤਰ੍ਹਾਂ ਖਰਾਬ ਹੁੰਦਾ ਹੈ। ਅਤੇ ਫਿਰ ਫਰਮਾਇਆ ਕਿ ਹੁਣ ਉਸ ਦਾ ਕੀ ਬਣਿਆ? ਇਸ ਨੂੰ ਕੋਈ ਬਲਾ ਲੱਗ ਗਈ। ਕਹਿੰਦਾ ਉਸ ਦਿਨ ਤੋਂ ਹੀ ਭਜਨ ਨਹੀਂ ਬਣਦਾ। ਅਤੇ ਫਿਰ ਫਰਮਾਇਆ ਕਿ ਉਸ ਦੇ ਤਨ ਦਾ ਭਲਾ ਹੋਇਆ। ਇਸ ਤਰ੍ਹਾਂ ਫਕੀਰ ਫਸ ਜਾਂਦੇ ਨੇ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਰਾਮਚੰਦ ਨੂੰ ਫਰਮਾਇਆ ਕਿ ਜਾ ਬਈ, ਹੁਣ ਤੂੰ ਆਰਾਮ ਕਰ, ਹੁਣ ਤੂੰ ਜਾਣੇ ਅਤੇ ਤੇਰਾ ਕੰਮ ਜਾਣੇ। ਵਚਨ ਨੰਬਰ 1319। ਅੱਜ ਸ਼ਾਮ ਨੂੰ ਥੋੜ੍ਹੀ ਦੇਰ ਮਜਲਿਸ ਹੋਈ ਅਤੇ ਬਾਤ ਚੱਲੀ ਕਿ ਲੋਕ ਇਸ ਤਰ੍ਹਾਂ ਹੀ ਵਹਿਮਾਂ 'ਚ ਪਾ ਰਹੇ ਨੇ। ਅਤੇ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਤੁਸੀਂ ਸਿਮਰਨ ਕਰੋ, ਕੋਈ ਗੱਲ ਨਹੀਂ। ਸਤਿਗੁਰ ਨੂੰ ਆਪਣਾ ਫਿਕਰ ਹੈ, ਉਹ ਚਾਹੁੰਦਾ ਹੈ
ਕਿ ਜਲਦੀ ਤੋਂ ਜਲਦੀ ਕਿਸੇ ਤਰ੍ਹਾਂ ਵੀ ਜੀਵ ਆਪਣੇ ਘਰ ਪਹੁੰਚ ਜਾਵੇ। ਇਹ ਠੀਕ ਹੈ ਅਗਰ ਕੋਈ ਖੋਟੇ ਕਰਮ ਵੀ ਕਰ ਲਵੇ, ਪਰ ਸਤਿਗੁਰ ਫਿਰ ਵੀ ਉਸ ਨੂੰ ਨਹੀਂ ਛੱਡਦਾ। ਵਚਨ ਨੰਬਰ 1320। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ ਵਿੱਚ ਬੀਕਾਨੇਰ ਤੋਂ ਆਏ ਭੰਵਰ ਜੀ ਨੂੰ ਮੁਖਾਤਬ ਕਰਕੇ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਭੰਵਰ ਖੜ੍ਹੇ ਹੋ ਅਤੇ ਉਹ ਗੱਲ ਸੁਣਾ। ਅਤੇ ਭੰਵਰ ਨੇ ਖੜ੍ਹੇ ਹੋ ਕੇ ਸੰਗਤ ਨੂੰ ਦੱਸਿਆ ਕਿ ਮੇਰੇ ਭਾਈ ਸਾਹਿਬ ਕੁੰਡਾ ਪੰਥੀ ਨੇ, ਜਿਹੜੇ ਖੁਦ ਭੂਤਾਂ ਪ੍ਰੇਤਾਂ ਦਾ ਵੀ ਕੰਮ ਕਰਦੇ ਨੇ। ਆਪ ਗੰਗਾ ਸ਼ਹਿਰ ਰਹਿੰਦੇ ਨੇ ਅਤੇ ਉਹਨਾਂ ਦੀ ਲੜਕੀ ਨੂੰ ਕੋਈ ਬਲਾ ਲੱਗ ਗਈ ਸੀ। ਬਹੁਤ ਇਲਾਜ ਕਰਾਇਆ ਪਰ ਉਹ ਠੀਕ ਨਾ ਹੋਈ। ਲੜਕੀ ਬਹੁਤ ਹੀ ਚਿল্ਲਾਇਆ ਕਰੇ ਅਤੇ ਸਾਰੇ ਘਰ ਵਾਲੇ ਪਰੇਸ਼ਾਨ ਹੋ ਗਏ। ਤਾਂ ਇੱਕ ਦਿਨ ਮੈਂ ਉਸ ਲੜਕੀ ਨੂੰ ਸਤਿਗੁਰ ਦੀ ਮਿਹਰ ਨਾਲ ਆਪਣੇ ਘਰ ਲੈ ਆਇਆ ਅਤੇ ਕਮਰੇ ਵਿੱਚ ਬਿਠਾ ਲਿਆ ਅਤੇ ਮੈਂ ਖੁਦ ਸਿਮਰਨ ਕਰਨ ਲੱਗਾ। ਸਿਮਰਨ ਸ਼ੁਰੂ ਹੀ ਕੀਤਾ ਤਾਂ ਉਹ ਬਲਾ ਦੌੜ ਗਈ ਤਾਂ ਲੜਕੀ ਬਿਲਕੁਲ ਹੀ ਠੀਕ ਹੋ ਗਈ। ਪਰ ਉਸ ਦਿਨ ਤੋਂ ਮੇਰੇ ਅੰਦਰ ਸ਼ਾਂਤੀ ਨਹੀਂ ਰਹੀ ਅਤੇ ਮੈਂ ਨਾ ਹੀ ਭਜਨ ਸਿਮਰਨ ਕਰਨ ਜੋਗਾ ਰਿਹਾ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਇਸ ਤਰ੍ਹਾਂ ਤਾਕਤ ਤਾਂ ਜਾਂਦੀ ਹੈ। ਅਤੇ ਫਿਰ ਫਰਮਾਇਆ ਕਿ ਇਹ ਸਿਮਰਨ ਤੁਹਾਡੇ ਕੋਲੇ ਵੱਡੀ ਦਵਾਈ ਹੈ। ਸਾਰੀ ਦੁਨੀਆ ਭੱਜੀ ਦੌੜੀ ਫਿਰ ਰਹੀ ਹੈ। ਨਾਲੇ ਰੋਜ਼ ਪੜ੍ਹਦੇ ਨੇ ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੂਤ ਜਮ ਨਸੇ। ਨਾਲੇ ਭੂਤਾਂ ਪ੍ਰੇਤਾਂ ਵਾਲਿਆਂ ਕੋਲ ਭੱਜੇ ਦੌੜੇ ਫਿਰਦੇ ਨੇ। ਅਤੇ ਫਿਰ ਫਰਮਾਇਆ ਕਿ ਆਮ ਕਹਿੰਦੇ ਨੇ ਕਿ ਸੁਖਮਨੀ ਸਾਹਿਬ ਪੜ੍ਹ ਲਓ, ਇਹ ਸੁੱਖਾਂ ਦਾ ਘਰ ਹੈ। ਇਸ ਪੜ੍ਹਨ ਨਾਲ ਕੁਝ ਨਹੀਂ ਬਣਦਾ, ਪੜ੍ਹ ਕੇ ਤਾਂ ਸਾਰੀ ਦੁਨੀਆ ਹੀ ਚਲੀ ਗਈ। ਵਚਨ ਨੰਬਰ 1321। ਰਾਤ ਦੀ ਮਜਲਿਸ 'ਚ ਬਾਲੀ ਜੀ ਨੇ ਗੁਰਬਾਣੀ ਦਾ ਸ਼ਬਦ ਮਨ ਰੇ ਅਹਨਸ ਗੁਣਸਾਰ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇੱਕ ਤਿਲ ਵਿਸਰੇ ਤਾਂ ਕਿੰਨਾ ਦੁੱਖ ਹੈ। ਨਾਲੇ ਰੋਜ਼ਾਨਾ ਪੜ੍ਹਦੇ ਨੇ। ਵਚਨ ਨੰਬਰ 1322। ਅੱਜ ਪੰਛੀ ਜੀ ਨੇ ਗੁਰਬਾਣੀ ਦਾ ਸ਼ਬਦ ਹਮ ਮੈਲੇ ਤੁਮ ਉਜਲ ਕਰਤੇ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਉਜਲ ਹੋਣਾ ਬਹੁਤ ਔਖਾ ਹੈ। ਅਜੀਬ ਬੰਧਨਾਂ 'ਚ ਇਸ ਨੂੰ ਪਾਇਆ ਹੈ। ਪਹਿਲਾਂ ਤਾਂ ਮਨ ਤਰ੍ਹਾਂ ਤਰ੍ਹਾਂ ਦੀਆਂ ਤਰੰਗਾਂ ਉਠਾਉਂਦਾ ਹੈ। ਫਿਰ ਦੇਖ ਲਓ ਸਰੀਰ ਨੂੰ ਥੋੜ੍ਹੀ ਜਿਹੀ ਸੱਟ ਲੱਗ ਜਾਏ ਤਾਂ ਸਾਰਾ ਸਰੀਰ ਬੇਚੈਨ ਰਹਿੰਦਾ ਹੈ। ਦੇਖ ਲਓ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ, ਪਰ ਮਨ ਦੀ ਮੱਤ ਨਹੀਂ ਛੱਡੀ। ਇਹ ਛੱਡਣੀ ਬਹੁਤ ਹੀ ਔਖੀ ਹੈ। ਤਾਂ ਹੀ ਉਹਨਾਂ ਨੇ ਕਿਹਾ ਹੈ, ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੇ, ਕਿ ਮੈਨੂੰ ਉਹਨਾਂ ਸੰਤਾਂ ਦੇ ਨਾਲ ਰੱਖ। ਜਿਵੇਂ ਪੱਥਰ ਜਿੰਨੀ ਦੇਰ ਪਾਣੀ 'ਚ ਪਿਆ ਰਹੇ ਉਨੀ ਦੇਰ ਠੰਡਾ ਰਹਿੰਦਾ ਹੈ, ਜਦੋਂ ਬਾਹਰ ਕੱਢਿਆ ਤਾਂ ਠੀਕ ਉਸੇ ਤਰ੍ਹਾਂ ਗਰਮ ਦਾ ਗਰਮ। ਇਸੇ ਤਰ੍ਹਾਂ ਹੀ ਸਾਧ ਸੰਗਤ 'ਚ ਰਹਿੰਦੇ ਰਹਿੰਦੇ ਕੁਝ ਸ਼ਾਂਤੀ ਰਹਿੰਦੀ ਹੈ। ਬਾਹਰ ਗਏ ਬਸ ਉਸੇ ਤਰ੍ਹਾਂ ਅੱਗ 'ਚ ਫੇਰ ਫਸ ਜਾਂਦੇ ਨੇ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਕਿ ਸੰਤੋਖ ਸਿੰਘ ਦੀ ਪਲੀਏ ਤੋਂ ਚਿੱਠੀ ਆਈ ਹੈ। ਫਰਮਾਇਆ ਹੈ ਕਿ ਅਸੀਂ ਤਾਂ ਅੱਗ 'ਚ ਪਏ ਹਾਂ। ਇੱਥੇ ਡੇਰੇ 'ਚ ਰਹਿੰਦਾ ਸੀ ਤਾਂ ਅਸੀਂ ਦੇਖਿਆ ਕਿ ਉਸ ਦੀ ਅੱਖਾਂ 'ਚ ਮਸਤੀ ਰਹਿੰਦੀ ਸੀ। ਰਾਤ ਨੂੰ ਜਾਗਦਾ ਸੀ, ਦੇਖ ਲਓ ਕਿਵੇਂ ਫਸਿਆ। ਹਾਲੇ ਤਾਂ ਰਿਸ਼ਤੇਦਾਰ ਸ਼ਾਦੀ ਦਾ ਕਹਿ ਰਹੇ ਸੀ, ਉਸ ਦੀ ਵੀ ਸਲਾਹ ਬਣ ਗਈ ਸੀ। ਫਿਰ ਅਸੀਂ ਕਿਹਾ ਕਿ ਦੇਖਣਾ ਤੂੰ ਬਿਲਕੁਲ ਹੀ ਫਸ ਜਾਏਗਾ। ਸੰਤੋਖ ਦੇ ਭਾਈ ਕਹਿੰਦੇ ਨੇ ਕਿ ਅਸੀਂ ਕੰਮ ਨਾ ਛੱਡੀਏ, ਤੂੰ ਆ ਜਾ, ਇਸ ਨੂੰ ਵਿਹਲਾ ਹੀ ਦੱਸਦੇ ਨੇ। ਅਤੇ ਫਿਰ ਫਰਮਾਇਆ ਕਿ ਇਸ ਤਰ੍ਹਾਂ 'ਚ ਮੁਕਾਬਲੇ 'ਚ ਆ ਕੇ ਫਕੀਰ ਦੀ ਕਦਰ ਪੈਂਦੀ ਹੈ। ਰੋਜ਼ ਕੜਾਹ ਖਾਂਦੇ ਰਹੋ ਤਾਂ ਸਵਾਦ ਨਹੀਂ ਲੱਗਦਾ। ਵਚਨ ਨੰਬਰ 1323। ਅੱਜ ਡੇਰਾ ਜਗਮਾਲ ਵਾਲੀ ਵਿੱਚ ਸ਼ਾਮ ਨੂੰ ਸੈਰ ਕਰਨ ਤੋਂ ਬਾਅਦ ਪੂਜਯ ਮਨੇਰ ਸਾਹਿਬ ਜੀ ਥੜੇ 'ਤੇ ਆ ਕੇ ਬੈਠੇ ਅਤੇ ਆਪ ਜੀ ਦੇ ਸਾਹਮਣੇ ਮੇਜ਼ 'ਤੇ ਚਿੱਠੀਆਂ ਦਾ ਕਲੈਪ ਪਿਆ ਸੀ। ਆਪ ਜੀ ਨੇ ਦਿੱਲੀ ਤੋਂ ਆਈ ਹਲਵਾਈ ਬੁੱਧ ਰਾਮ ਜੀ ਦੀ ਚਿੱਠੀ ਲੀਲਸ ਵਾਲੇ ਪਰਸਰਾਮ ਤੋਂ ਪੜਵਾਈ। ਚਿੱਠੀ ਦੇ ਵਿੱਚ ਬੁੱਧ ਰਾਮ ਜੀ ਨੇ ਆਪਣੇ ਭਾਈ ਦੀ ਮੌਤ ਦਾ ਜ਼ਿਕਰ ਲਿਖਿਆ ਸੀ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਸੰਭਾਲ ਹੋਈ ਹੈ। ਲਿਖਿਆ ਸੀ ਕਿ ਆਪ ਵੈਸੇ ਤੋਂ ਖੁਦ ਜਾਣੀ ਜਾਣ ਹੋ, ਪਰ ਮੈਂ ਜਿਹੜਾ ਕੁਝ ਦੇਖਿਆ ਹੈ ਉਹੀ ਲਿਖ ਰਿਹਾ ਹਾਂ। ਲਿਖਿਆ ਸੀ ਕਿ 7 ਤਰੀਕ ਨੂੰ ਭਰਾ ਦੀ ਤਬੀਅਤ ਥੋੜ੍ਹੀ ਖਰਾਬ ਹੋਈ। ਮੈਂ ਤੇ ਸਾਰੇ ਘਰ ਦੇ ਮੈਂਬਰ ਉਹਨਾਂ ਦੀ ਸੇਵਾ ਕਰਦੇ ਰਹੇ। ਮੇਰੇ ਭਾਈ ਨੇ ਤਕਰੀਬਨ 1:45 ਵਜੇ ਮੈਨੂੰ ਯਾਦ ਕੀਤਾ ਤਾਂ ਮੈਂ ਉਹਨਾਂ ਦੇ ਕੋਲ ਆ ਗਿਆ। ਉਸ ਤੋਂ ਪਹਿਲਾਂ ਲੜਕੇ ਦੀ ਔਰਤ ਨੇ ਉਹਨਾਂ ਨੂੰ ਪੁੱਛਿਆ ਜੀ ਕਿ ਤਾਊ ਜੀ ਤੁਹਾਡਾ ਕੀ ਹਾਲ ਹੈ, ਤੁਸੀਂ ਇਕੱਲੇ ਹੀ ਹੋ? ਤਾਂ ਉਹ ਕਹਿਣ ਲੱਗੇ, ਨਹੀਂ ਮੇਰੇ ਨਾਲ ਮੇਰੇ ਸਤਿਗੁਰੂ ਜੀ ਨੇ, ਮੈਂ ਇਕੱਲਾ ਨਹੀਂ।
ਇਸ ਤਰ੍ਹਾਂ ਹੀ ਲੜਕੀ ਨੇ 2-3 ਵਾਰੀ ਪੁੱਛਣ 'ਤੇ ਭਾਈ ਸਾਹਿਬ ਜੀ ਨੇ ਇਹੀ ਕਿਹਾ ਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰੇ ਸਤਿਗੁਰੂ ਜੀ ਨੇ। ਅਤੇ ਮੈਂ ਜਦੋਂ ਉਹਨਾਂ ਦੇ ਕੋਲ ਆਇਆ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਮੈਂ ਜਾ ਰਿਹਾ ਹਾਂ। ਇੰਨਾ ਕਹਿ ਕੇ ਉਹਨਾਂ ਨੇ ਰਾਤ ਦੇ ਠੀਕ 3:20 'ਤੇ ਬਿਲਕੁਲ ਠੀਕ ਠਾਕ ਬਿਨਾਂ ਕਿਸੇ ਤਕਲੀਫ ਦੇ ਚੋਲਾ ਛੱਡ ਦਿੱਤਾ। ਬਾਬਾ ਜੀ, ਸਾਡੀ ਪ੍ਰਾਰਥਨਾ ਹੈ ਕਿ ਜਿਸ ਤਰ੍ਹਾਂ ਸਾਡੇ ਉੱਪਰ ਮਿਹਰ ਕੀਤੀ ਹੈ, ਇਸੇ ਤਰ੍ਹਾਂ ਹੀ ਸਾਰਿਆਂ ਉੱਪਰ ਮਿਹਰ ਕਰਨਾ। ਅਤੇ ਬਾਅਦ ਵਿੱਚ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਬੁੱਧ ਰਾਮ ਦਾ ਸੱਚਾ ਪ੍ਰੇਮ ਹੈ, ਉਸ ਦੀ ਸੇਵਾ ਬਹੁਤ ਹੈ। ਅਤੇ ਫਿਰ ਫਰਮਾਇਆ ਕਿ ਦਿੱਲੀ 'ਚ ਇਹੀ ਇੱਕ ਆਦਮੀ ਹੈ ਜਿਹਦੇ ਅੰਦਰ ਇੱਧਰ ਉੱਧਰ ਦੀ ਕੋਈ ਗੱਲ ਨਹੀਂ। ਅਤੇ ਫਿਰ ਫਰਮਾਇਆ ਕਿ ਜਿਹੜਾ ਕੋਈ ਭਜਨ ਸਿਮਰਨ ਕਰਦਾ ਹੈ ਉਹ ਇਸੇ ਤਰ੍ਹਾਂ ਹੀ ਚੋਲਾ ਛੱਡਦਾ ਹੈ। ਵਚਨ ਨੰਬਰ 1324। ਕਾਲਾਂਵਾਲੀ ਤੋਂ ਡਾਕਟਰ ਮਨੋਹਰ ਲਾਲ ਜੀ ਡੱਬ ਵਾਲੀ ਕੋਈ ਟੈਕਸ ਦੇ ਸਿਲਸਿਲੇ 'ਚ ਗਏ ਸੀ ਅਤੇ ਵਾਪਸੀ 'ਤੇ ਆਉਂਦੇ ਹੋਏ ਦਰਬਾਰ ਰੁਕੇ ਨੇ। ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਜਿੰਨੇ ਡੇਰੇ ਜਾਂ ਗੁਰਦੁਆਰੇ ਨੇ ਸਾਰਿਆਂ 'ਤੇ ਕਮਰਸ਼ੀਅਲ ਟੈਕਸ ਲੱਗਿਆ ਹੋਇਆ ਹੈ। ਤਾਂ ਫਿਰ ਡਾਕਟਰ ਸਾਹਿਬ ਨੇ ਪੁੱਛਿਆ ਜੀ ਕੋਈ ਕੰਮ ਤਾਂ ਨਹੀਂ? ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਕੰਮ ਹੈ ਵੀ ਅਤੇ ਨਹੀਂ ਵੀ। ਅਤੇ ਫਿਰ ਫਰਮਾਇਆ ਕਿ ਭੰਡਾਰੇ 'ਤੇ ਫ੍ਰੀ ਹੌਸਪੀਟਲ ਖੋਲ੍ਹਣ ਦਾ ਖਿਆਲ ਹੈ। ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਠੀਕ ਹੈ ਜੀ। ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਫਿਰ ਡਿਊਟੀ ਦੇਣੀ ਪਵੇਗੀ। ਤਾਂ ਡਾਕਟਰ ਸਾਹਿਬ ਕਹਿਣ ਲੱਗੇ ਜੀ ਜ਼ਰੂਰ ਦਿਆਂਗੇ। ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਚਲੋ ਦੇਖਾਂਗੇ। ਵਚਨ ਨੰਬਰ 1325। ਅੱਜ ਸ਼ਾਮ ਨੂੰ ਕਾਲਾਂਵਾਲੀ ਤੋਂ ਧਰਮਪਾਲ ਜੀ ਅਤੇ ਪ੍ਰਕਾਸ਼ ਜੀ ਕਾਰ ਵਿੱਚ ਦਰਸ਼ਨਾਂ ਲਈ ਡੇਰੇ ਆਏ ਅਤੇ ਥੜੇ 'ਤੇ ਹੀ ਪੂज्य ਮਨੇਰ ਸਾਹਿਬ ਜੀ ਬੈਠੇ ਸੀ। ਤਾਂ ਪੂज्य ਮਨੇਰ ਸਾਹਿਬ ਜੀ ਨੇ ਪੁੱਛਿਆ ਗਰਮ ਪੀਓਗੇ ਜਾਂ ਕਿ ਠੰਡਾ? ਤਾਂ ਉਹਨਾਂ ਨੇ ਕਿਹਾ ਜੀ ਪੀ ਕੇ ਆਏ ਹਾਂ। ਤਾਂ ਫਿਰ ਸੇਠ ਧਰਮਪਾਲ ਜੀ ਕਹਿਣ ਲੱਗੇ ਜੀ ਕੋਈ ਅਸਲੀ ਚੀਜ਼ ਪਿਲਾਓ। ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕੋਈ ਲੈਣ ਵਾਲਾ ਨਹੀਂ, ਗੱਲਾਂ ਨਾਲ ਕੁਝ ਨਹੀਂ ਬਣਦਾ। ਅਤੇ ਫਿਰ ਹੱਸਦੇ ਹੋਏ ਫਰਮਾਇਆ ਕਿ ਹੁਣ ਪੀ ਤਾਂ ਲਈ, ਸੁਰਤ ਚੜ੍ਹਨ ਲੱਗ ਗਈ ਹੈ, ਇਹ ਬਾਹਰ ਵਾਲੀ ਪੀਣੀ ਹੈ ਤਾਂ ਦੱਸੋ। ਤਾਂ ਪ੍ਰਕਾਸ਼ ਜੀ ਕਹਿਣ ਲੱਗੇ ਜੀ ਬਾਹਰ ਲਈ ਤਾਂ ਮੈਂ ਤਿਆਰ ਹਾਂ। ਤਾਂ ਪੂज्य ਮਨੇਰ ਸਾਹਿਬ ਨੇ ਫਰਮਾਇਆ ਕਿ ਚਾਹ ਪਿਲਾਓ ਵੀ ਇਹਨਾਂ ਨੂੰ। ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਕੀ ਪੀਣੀ ਹੈ? ਕਿ ਇਸ ਤਰ੍ਹਾਂ ਦੀ ਪੀਓ। ਮਾਈ ਇੱਧਰ ਸੁਣੋ, ਪ੍ਰਕਾਸ਼ ਦੀਆਂ ਭੈਣਾਂ ਵੀ ਨਾਲ ਆਈਆਂ ਹੋਈਆਂ ਨੇ। ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਕਿਸ ਤਰ੍ਹਾਂ ਸੰਭਾਲ ਹੁੰਦੀ ਹੈ। ਅਤੇ ਪੂज्य ਮਨੇਰ ਸਾਹਿਬ ਜੀ ਦੇ ਹੁਕਮ ਮੁਤਾਬਕ ਪਰਸਰਾਮ ਨੇ ਥੜੇ 'ਤੇ ਖੜ੍ਹੇ ਹੋ ਕੇ ਦਿੱਲੀ ਤੋਂ ਬੁੱਧ ਰਾਮ ਜੀ ਦੀ ਚਿੱਠੀ ਦੁਬਾਰਾ ਪੜ੍ਹੀ। ਫਰਮਾਇਆ ਕਿ ਇਹ ਹੈ ਮੌਤ ਪ੍ਰੇਮੀ ਦੀ। ਤਾਂ ਪ੍ਰਕਾਸ਼ ਨੇ ਪੁੱਛਿਆ ਜੀ ਇਹ ਕੌਣ ਨੇ? ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇੱਥੇ ਡੇਰੇ 'ਚ ਹਲਵਾਈ ਦਾ ਕੰਮ ਕਰਦਾ ਹੈ। ਅਤੇ ਫਿਰ ਪੂज्य ਮਨੇਰ ਸਾਹਿਬ ਜੀ ਨੇ ਅੱਗੇ ਫਰਮਾਇਆ ਅਗਰ ਮੌਤ ਦੇ ਟਾਈਮ ਹੀ ਤਕਲੀਫ ਆਈ ਤਾਂ ਫਿਰ ਨਾਮ ਦਾ ਕੀ ਫਾਇਦਾ? ਅਤੇ ਫਿਰ ਅੱਗੇ ਫਰਮਾਇਆ ਕਿ ਅਗਰ ਇਹ ਅਸੂਲ ਠੀਕ ਰੱਖੇ ਅਤੇ ਸਿਮਰਨ ਕਰੇ ਫਿਰ ਤਾਂ ਕੀ ਕਹਿਣਾ ਹੈ। ਅਤੇ ਫਿਰ ਅੱਗੇ ਫਰਮਾਇਆ ਕਿ ਅਗਰ ਮੌਤ ਦੇ ਟਾਈਮ ਗੈਰ ਸਤਸੰਗੀ ਕੋਲ ਹੋਵੇ ਤਾਂ ਫਿਰ ਜੀਵ ਦੱਸ ਕੇ ਨਹੀਂ ਜਾਂਦਾ। ਵਚਨ ਨੰਬਰ 1326। ਕਾਲਾਂਵਾਲੀ ਤੋਂ ਆਏ ਸੇਠ ਧਰਮਪਾਲ ਅਤੇ ਪ੍ਰਕਾਸ਼ ਜੀ ਲਈ ਰਾਜਾ ਜੀ ਚਾਹ ਬਣਾ ਕੇ ਲਿਆਏ। ਤਾਂ ਪੂज्य ਮਨੇਰ ਸਾਹਿਬ ਜੀ ਨੇ ਹੱਸਦੇ ਹੋਏ ਫਰਮਾਇਆ ਕਿ ਸੇਠ ਧਰਮਪਾਲ ਦੀ ਖਾਤਰ ਕਰਨੀ ਪੈਂਦੀ ਹੈ, ਨਹੀਂ ਤਾਂ ਇਸ ਨੇ ਸਾਨੂੰ ਮੰਡੀ 'ਚ ਵੜਨ ਨਹੀਂ ਦੇਣਾ। ਤਾਂ ਇਹ ਸੁਣ ਕੇ ਧਰਮਪਾਲ ਜੀ ਕਹਿਣ ਲੱਗੇ ਜੀ ਪਤਾ ਨਹੀਂ ਕਿੰਨੇ ਜਨਮਾਂ ਦੇ ਪਿਆਸੇ ਹਾਂ, ਇੱਦਾਂ ਹੀ ਫਿਰ ਰਹੇ ਹਾਂ ਅਤੇ ਹੁਣ ਜਾ ਕੇ ਪਿਆਸ ਬੁਝੀ ਹੈ। ਤਾਂ ਪ੍ਰਕਾਸ਼ ਜੀ ਕਹਿਣ ਲੱਗੇ ਬਾਬਾ ਜੀ ਇਹ ਧਰਮਪਾਲ ਜੀ ਹੀ ਸਾਨੂੰ ਲੈ ਆਉਂਦੇ ਨੇ ਜਦੋਂ ਵੀ ਅਸੀਂ ਕੰਮਕਾਰ ਤੋਂ ਵਿਹਲੇ ਹੋਈਏ। ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਭਗਤੀ ਤੋਂ ਬਿਨਾਂ ਸਾਰੇ ਕੰਮ ਫਜ਼ੂਲ ਨੇ। ਧਰਮਪਾਲ ਜੀ ਕਹਿਣ ਲੱਗੇ ਕਿ ਇਹ ਤਾਂ ਬੁੱਢਿਆਂ ਦਾ ਕੰਮ ਹੈ ਅਤੇ ਫਿਰ ਇੱਕ ਪਾਸੇ ਬੈਠ ਕੇ ਜਪੀ ਜਾਏ। ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਦਿਲ ਦੀ ਸੱਚਾਈ ਨਾਲ ਮਿਲਦਾ ਹੈ, ਪਾਖੰਡ ਕਰਨ ਨਾਲ ਕੁਝ ਨਹੀਂ ਬਣਦਾ। ਤਾਂ ਪ੍ਰਕਾਸ਼ ਕਹਿਣ ਲੱਗਿਆ ਕਿ ਬਾਬਾ ਜੀ ਅਗਰ ਚੁਗਲੀਆਂ ਕਰਨ ਲੱਗ ਜਾਈਏ ਤਾਂ ਚਾਹੇ 2 ਘੰਟੇ ਲੱਗ ਜਾਣ ਤਾਂ ਮਨ ਨੂੰ ਬੜਾ ਰਸ ਆਉਂਦਾ ਹੈ। ਅਗਰ ਸਿਮਰਨ ਵੱਲ ਆਏ ਤਾਂ 1 ਮਿੰਟ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ। ਤਾਂ ਪੂज्य ਮਨੇਰ ਸਾਹਿਬ ਜੀ ਨੇ ਫਰਮਾਇਆ ਬਸ ਹੋਰ ਇਹ ਦੁਨੀਆਦਾਰੀ 'ਚ ਸਾਰੇ ਹੀ ਸਾਥ ਦੇਣਗੇ ਪਰ ਮੌਤ ਦੇ ਵਕਤ ਕੋਈ ਸਾਥ ਨਹੀਂ ਦਿੰਦਾ। ਅਤੇ ਫਿਰ ਪੂज्य ਮਨੇਰ ਸਾਹਿਬ ਜੀ ਨੇ ਚੌਧਰੀ ਖਿਆਲੀ ਰਾਮ ਵੱਲ ਇਸ਼ਾਰਾ ਕਰਕੇ ਫਰਮਾਇਆ ਪੁੱਛਿਆ ਕਿ ਚੌਧਰੀ ਸਾਹਿਬ ਕਿਸ ਤਰ੍ਹਾਂ ਬਚਨ ਸਿੰਘ ਨੇ ਗੱਲ ਸੁਣਾਈ ਸੀ ਨਾ ਕਿ ਲੜਕੇ ਨੇ ਬਾਪ ਨੂੰ ਮਾਰ ਦਿੱਤਾ ਅਤੇ ਉਹ ਕਹਿਣ ਲੱਗਿਆ ਕਿ ਇਸ ਨੇ ਮੁਸਲਮਾਨਾਂ ਨੂੰ ਮਾਰਿਆ ਸੀ, ਉਸ ਦਾ ਬਦਲਾ ਲੈ ਲਿਆ।
ਮੈਂ ਇਸ ਦਾ ਬੇਟਾ ਬਣ ਕੇ ਲੈ ਰਿਹਾ ਹਾਂ। ਅਤੇ ਅੱਗੇ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਹੈ। ਅਤੇ ਫਿਰ ਫਰਮਾਇਆ ਕਿ ਦਿੱਲੀ ਵਿੱਚ ਸਤਿਗੁਰ ਨੇ ਬਹੁਤ ਪਰਚੇ ਦਿੱਤੇ ਨੇ, ਪਰ ਮਨ ਢੀਠ ਹੈ, ਫਿਰ ਵੀ ਇਤਬਾਰ ਨਹੀਂ ਕਰਦਾ। ਦੇਖ ਲਓ ਕਿਵੇਂ ਦੁਨੀਆ ਰੋਂਦੀ ਜਾਂਦੀ ਹੈ। ਸਾਧ ਮਰੇ ਕਿਉਂ ਰੋਈਏ ਜੋ ਆਪਣੇ ਘਰ ਜਾਏ, ਸਾਕਤ ਮਰੇ ਸੋ ਰੋਈਏ ਜੋ ਹਾਟੋ ਹਾਟ ਵਕਾਏ। ਕਿਉਂ ਮਿਸਤਰੀ ਜੀ, ਠੀਕ ਹੈ ਨਾ? ਅਤੇ ਮਿਸਤਰੀ ਜੀ ਨੇ ਕਿਹਾ ਜੀ ਠੀਕ ਹੈ। ਅਤੇ ਖਾਰੀਏ ਵਾਲੇ ਵਿਨੋਦ ਨੇ ਬੇਨਤੀ ਕੀਤੀ ਕਿ ਦੋਹਾ ਦੁਬਾਰਾ ਸੁਣਾ ਦਿਓ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਤੂੰ ਕੀ ਕਰੇਂਗਾ, ਤੁਹਾਡੇ ਘਰ 'ਚ ਤਾਂ ਕੋਈ ਐਸਾ ਹੈ ਨਹੀਂ, ਤੁਹਾਡੇ ਘਰ ਵਾਲਿਆਂ ਨੂੰ ਤਾਂ ਬਹੁਤ ਪ੍ਰੇਮ ਹੈ। ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਸਾਰੇ ਡੇਰੇ ਵਾਲਿਆਂ ਨੂੰ ਬੁਲਾਓ। ਤਾਂ ਸੁਖਪਾਲ ਜੀ ਖੇਤ 'ਚ ਟਰੈਕਟਰ ਨਾਲ ਤਵੀਆਂ ਫੇਰ ਰਹੇ ਸੀ, ਉਹ ਵੀ ਟਰੈਕਟਰ ਬੰਦ ਕਰਕੇ ਆ ਗਏ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਅਗਰ ਕੋਈ ਕਰਮ ਹੋਵੇ ਤਾਂ ਸਤਿਗੁਰ ਪਹਿਲਾਂ ਕਟਵਾ ਲੈਂਦਾ ਹੈ। ਅਤੇ ਫਿਰ ਫਰਮਾਇਆ ਕਿ ਦੇਖ ਲਓ ਚੋਰ ਮਾਰ ਵਾਲਾ ਕਪੂਰਾ ਬੜੀ ਲਾਹਨਤ ਮਾਰ ਕੇ ਗਿਆ ਹੈ। ਬਾਅਦ 'ਚ ਤਾਂ ਉਹ ਸ਼ਰਾਬ ਵਗੈਰਾ ਪੀਣ ਲੱਗ ਗਿਆ ਸੀ, ਫਿਰ ਉਸ ਨੂੰ ਬੜੀ ਤਕਲੀਫ ਆਈ। ਉਸਨੇ ਕਹਿ ਦਿੱਤਾ ਸੀ ਕਿ ਮੈਂ ਸ਼ਰਾਬ ਪੀਤੀ ਹੈ ਤਾਂ ਤਕਲੀਫ ਆਈ ਹੈ। ਅਤੇ ਜਦੋਂ ਮੌਤ ਦਾ ਵਕਤ ਆਇਆ ਤਾਂ ਉਸਨੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ। ਜਿਹੜਾ ਟਾਈਮ ਉਸਨੇ ਦਿੱਤਾ ਸੀ ਅਤੇ ਉਹ ਉਸ ਟਾਈਮ ਗਿਆ ਨਾ। ਅਤੇ ਘਰ ਵਾਲਿਆਂ ਨੇ ਪੁੱਛਿਆ ਕਿ ਤੂੰ ਤਾਂ ਕਹਿੰਦਾ ਸੀ ਕਿ ਮੈਂ ਚੋਲਾ ਛੱਡਣਾ ਹੈ, ਤੂੰ ਤਾਂ ਗਿਆ ਨਹੀਂ। ਤਾਂ ਕਪੂਰਾ ਕਹਿਣ ਲੱਗਿਆ ਕਿ ਮਸਤਾਨਾ ਜੀ ਆਏ ਸੀ, ਉਹ ਕਹਿਣ ਲੱਗੇ ਕਿ ਉੱਧਰ ਭੰਡਾਰੇ 'ਚ ਰੁੱਝੇ ਹੋਏ ਹਾਂ, ਤੈਨੂੰ ਕੱਲ੍ਹ ਸ਼ਾਮ ਨੂੰ 4 ਵਜੇ ਲੈ ਕੇ ਜਾਵਾਂਗੇ। ਅਤੇ ਡੇਰਾ ਜਗਮਾਲ ਵਾਲੀ ਭੰਡਾਰਾ ਸੀ। ਅਤੇ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਚੋਲਾ ਛੱਡਣ ਤੋਂ ਪਹਿਲਾਂ ਆਪ ਹੀ ਉੱਠ ਕੇ ਨਹਾਇਆ, ਕਿਤੇ ਹਿੱਲ ਨਹੀਂ ਸੀ ਸਕਦਾ। ਫਿਰ ਕੱਪੜੇ ਪਾਏ ਅਤੇ ਫਿਰ ਪ੍ਰਸ਼ਾਦ ਮੰਗਵਾ ਕੇ ਵੰਡਣ ਲੱਗਿਆ ਤਾਂ ਪ੍ਰਸ਼ਾਦ ਖਤਮ ਹੀ ਨਾ ਹੋਵੇ, ਐਸੀ ਬਰਕਤ ਪਈ। ਉਸ ਵੇਲੇ ਉਸ ਦੀ ਆਵਾਜ਼ ਬਿਲਕੁਲ ਮਸਤਾਨਾ ਜੀ ਵਰਗੀ ਆ ਰਹੀ ਸੀ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਲੀਲਮ ਵਾਲੇ ਪਰਸਰਾਮ ਨੂੰ ਦਿੱਲੀ ਤੋਂ ਆਏ ਬੁੱਧਰਾਮ ਦੀ ਚਿੱਠੀ ਦੁਬਾਰਾ ਫੇਰ ਪੜ੍ਹਨ ਲਈ ਕਿਹਾ ਕਿ ਪਰਸਰਾਮ ਪੜ੍ਹ ਬਈ, ਚਿੱਠੀ ਪੜ੍ਹ। ਪਰਸਰਾਮ ਨੇ ਚਿੱਠੀ ਪੜ੍ਹੀ ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਪਿਛਲੇ ਮਹੀਨੇ ਬੁੱਧਰਾਮ ਇੱਥੋਂ ਡਿਊਟੀ ਛੱਡ ਕੇ ਚਲਾ ਗਿਆ ਸੀ। ਫਿਰ ਉੱਥੇ ਜਾ ਕੇ ਪਛਤਾਇਆ ਕਿ ਭਾਈ ਦੀ ਸਿਹਤ ਤਾਂ ਪਹਿਲਾਂ ਨਾਲੋਂ ਵੀ ਠੀਕ ਹੈ। ਅਤੇ ਇਸ ਤੋਂ ਬਾਅਦ ਪੂਜਯ ਮਨੇਰ ਸਾਹਿਬ ਜੀ ਨੇ ਪਰਸਰਾਮ ਨੂੰ ਫਰਮਾਇਆ ਕਿ ਦਾਦੀ ਨੂੰ ਕਹਿਣਾ ਕਿ ਇਸ ਤਰ੍ਹਾਂ ਮਰਨਾ ਮਰੇ। ਤਾਂ ਪਰਸਰਾਮ ਕਹਿਣ ਲੱਗਿਆ ਬਾਬਾ ਜੀ ਉਸਨੇ ਤਾਂ ਨਾਮ ਨਹੀਂ ਲਿਆ ਹੋਇਆ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਥੋੜ੍ਹਾ ਸੋਚਣ ਤੋਂ ਬਾਅਦ ਫਰਮਾਇਆ ਕਿ ਖੈਰ ਸੰਭਾਲ ਤਾਂ ਉਸ ਦੀ ਵੀ ਹੋਵੇਗੀ। ਵਚਨ ਨੰਬਰ 1327। ਕਾਲਾਂ ਵਾਲੀ ਤੋਂ ਹੀ ਆਏ ਸੇਠ ਧਰਮਪਾਲ ਜੀ ਨੂੰ ਪੂਜਯ ਮਨੇਰ ਸਾਹਿਬ ਜੀ ਨੇ ਪੁੱਛਿਆ ਕਿ ਫਿਰ ਸਤਸੰਗ ਸੁਣ ਕੇ ਹੀ ਜਾਓਗੇ? ਤਾਂ ਧਰਮਪਾਲ ਜੀ ਨੇ ਕਿਹਾ ਹਾਂ ਜੀ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ 12 ਵਜੇ ਜਾਣਾ ਪਏਗਾ। ਧਰਮਪਾਲ ਨੇ ਕਿਹਾ ਜੀ ਠੀਕ ਹੈ। ਅਤੇ ਫਿਰ ਫਰਮਾਇਆ ਕਿ ਹੁਣ ਭਜਨ 'ਤੇ ਬੈਠੋ, ਇਹ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ। ਥੋੜ੍ਹੀ ਦੇਰ ਬਾਅਦ ਹੀ ਪੂਜਯ ਮਨੇਰ ਸਾਹਿਬ ਜੀ ਇਨਾਮੀ 'ਚ ਚਲੇ ਗਏ। ਵਚਨ ਨੰਬਰ 1328। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਪਿੰਡ ਸਿੱਖ ਵਾਲੇ ਦਾ ਸਤਸੰਗ ਟੇਪ ਰਾਹੀਂ ਲਾਇਆ ਗਿਆ ਅਤੇ ਬਾਅਦ 'ਚ ਸਾਰੀ ਸੰਗਤ ਨੂੰ ਚੰਦ ਲਾਂਗਰੀ ਨੇ ਕੋਕ ਦਿੱਤੇ। ਅਤੇ ਬਾਅਦ ਵਿੱਚ ਕਾਲਾਂ ਵਾਲੀ ਤੋਂ ਆਏ ਸੇਠ ਧਰਮਪਾਲ ਜੀ ਨੇ ਦੱਸਿਆ ਜੀ ਪ੍ਰਕਾਸ਼ ਜੀ ਕਹਿ ਰਹੇ ਸੀ ਕਿ ਆਪਾਂ ਰੋਜ਼ ਡੇਰੇ ਆਇਆ ਕਰਾਂਗੇ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਤੁਹਾਡੇ ਕੋਲ ਤਾਂ ਕਾਰ ਹੈ, ਆ ਜਾਇਆ ਕਰੋ। ਅਤੇ ਰਾਤ ਨੂੰ ਵਾਪਸ ਚਲੇ ਗਏ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਅੱਗੇ ਫਰਮਾਇਆ ਅਗਰ ਆਇਆ ਕਰੋਗੇ ਤਾਂ ਜ਼ਿੰਦਗੀ ਦਾ ਲਾਹਾ ਖੱਟ ਜਾਓਗੇ। ਅਤੇ ਫਿਰ ਆਪ ਜੀ ਨੇ ਫਰਮਾਇਆ ਕਿ ਰਾਣੀ ਇੰਦਰਮਤੀ ਦਾ ਪਤੀ ਮਰਨ ਲੱਗਿਆ ਤਾਂ ਉਸ ਨੂੰ ਬੜੀ ਤਕਲੀਫ ਆਈ। ਤਾਂ ਉਸਨੇ ਕਬੀਰ ਸਾਹਿਬ ਜੀ ਨੂੰ ਕਿਹਾ ਤਾਂ ਕਬੀਰ ਸਾਹਿਬ ਜੀ ਨੇ ਉਸ ਦੇ ਪਤੀ ਨੂੰ ਜਮਦੂਤਾਂ ਤੋਂ ਛੁਡਾਇਆ। ਅਤੇ ਜਦ ਉਹ ਅੱਗੇ ਗਿਆ ਤਾਂ ਉਸ ਦੇ ਚਿਹਰੇ 'ਤੇ ਬਹੁਤ ਹੀ ਨੂਰ ਸੀ। ਤਾਂ ਕਬੀਰ ਸਾਹਿਬ ਨੇ ਪੁੱਛਿਆ ਇਹ ਕੀ? ਤਾਂ ਰਾਣੀ ਇੰਦਰਮਤੀ ਕਹਿਣ ਲੱਗੀ ਕਿ ਫਿਰ ਵੀ ਇਹ ਮੇਰਾ ਪਤੀ ਹੈ। ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਅਗਰ ਇਸ ਤਰ੍ਹਾਂ ਧਰਮਪਾਲ ਨੂੰ ਬੀਬੀ ਦਾ ਭਜਨ ਸਿਮਰਨ ਬੇਸ਼ੱਕ ਲੈ ਜਾਏ ਤਾਂ ਲੈ ਜਾਏ। ਅਤੇ ਫਿਰ ਇਸ ਤੋਂ ਬਾਅਦ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ ਕਿ ਸੇਠ ਤੇਜਪਾਲ ਬਾਰੇ ਕਿ ਦੇਖ ਲਓ ਉਸ ਨੂੰ ਕਿੰਨਾ ਪ੍ਰੇਮ ਹੈ ਅਤੇ ਵਿਸ਼ਵਾਸ ਹੈ, ਪਰ ਨਾਮ ਉਸ ਦੇ ਨਸੀਬਾਂ ਵਿੱਚ ਨਹੀਂ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੇਰ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਦੇ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੇ ਦੋਨੋਂ ਹੱਥ ਜੋੜ ਕੇ
प्यार भरी तन तन सतगुरु तेरा ही आसरा, हाजिर नाजिर जिंदा राम तेरा ही आसरा, कबूल फरमाओ।